ਵਾਹਿਗੁਰੂ ਜੀ ਕਾ ਖਾਲਸਾ श्री ਵਾਹਿਗੁਰੂ जी की फतेह। मैं उम्मीद करदा कि तुसीं सब ठीक ठाक होवोगे जी। जिवें मैं हर बार की तरह एक नवा टॉपिक लैके तुहाडे सामने हाज़र होनागा, तो इस बार भी मैं बड़ा ही एक जरूरी टॉपिक लैके तुहाडे सामने हाज़र हाँ जी। तो जिवें गल करते हैं कि अजकल जिवें फॉरेन स्टडी का बहुत ज़्यादा ट्रेंड है, जां कई स्टूडेंट है वो इत्थे हायर एजुकेशन लई की है लोन की जिहड़ी डिमांड करते हैं। तो इस तरीके नाल की है जी, साडे गौरमेंट ऑफ इंडिया कल्लों कई तरह के जिहड़े स्कीम्स है लोन की स्कीम्स है प्रोवाइड की जाती है। हुण सब तो पहला जे गल करते हैं जी किस तरह के लोन होंदे ने। एक कोलैटरल बेसिस हुंदा जी, एक नॉन कोलैटरल। हुण कोलैटरल बेसिस ते वो लोन हुंदा जिहदे विच की है बैंक तुहाडी कोई प्रॉपर्टी ते लीन मार्क लगाउंदी है, वो प्रॉपर्टी नूं गहणे दे तौर ते बैंक आपदे कोले रखदी। हुण नॉन कोलैटरल बेसिस जिहड़ा लोन हुंदा जी, इहदे विच बैंक तुहाडे तो कोई भी सिक्योरिटी नहीं लैंदी। ਇਹਦੇ ਵਿੱਚ ਇੱਕ ਸਟਿਪੂਲੇਟਡ ਅਮਾਊਂਟ ਹੁੰਦੀ ਹੈ ਕਿ ਉਹ ਮਿੱਥੀ ਅਮਾਊਂਟ ਤੱਕ ਤੁਹਾਨੂੰ ਬੈਂਕ ਜਿਹੜੀ ਹੈ ਬਿਨਾਂ ਕੋਈ ਪ੍ਰਾਪਰਟੀ ਲਏ ਲੋਨ ਦੇ ਸਕਦੀ ਹੈ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੋਲੈਟਰਲ ਬੇਸਿਸ ਤੇ ਲੋਨ। ਹੁਣ ਕੋਲੈਟਰਲ ਬੇਸਿਸ ਤੇ ਕੀ ਹੈ ਜੀ, ਫਰਜ਼ ਕਰੋ ਕਿਸੇ ਸਟੂਡੈਂਟ ਨੇ ਅਬਰੋਡ ਜਾਣਾ ਜੀ, ਤਾਂ ਉਹ ਕਈ ਤਰ੍ਹਾਂ ਦੇ ਸਟੂਡੈਂਟ ਹੁੰਦੇ ਆ, ਕੋਈ ਪਿੰਡਾਂ ਦੇ ਵਿੱਚ ਰਹਿੰਦੇ ਆ, ਕੋਈ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਹੁਣ ਜਿਹੜੇ ਤਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹਦੇ ਵਿੱਚ ਕੀ ਆ, ਉਹਨਾਂ ਦੀ ਪ੍ਰਾਪਰਟੀ ਤੇ ਲੀਨ ਮਾਰਕ ਹੋ ਜਾਂਦਾ ਜੀ, ਕਿਉਂਕਿ ਬੈਂਕ ਕੱਲਿਓ ਜਿਹੜਾ ਹੁੰਦਾ ਗਾ ਲੀਗਲ ਅਪਰੇਜ਼ਰ ਹੁੰਦਾ ਗਾ ਜੋ ਉਹ ਕੀ ਹੈ ਵਿਜ਼ਿਟ ਕਰਦਾ ਹੈਗਾ। ਫਿਰ ਉਹ ਲੀਗਲ ਹੋਣ ਤੋਂ ਬਾਅਦ ਕੀ ਉਹ ਪ੍ਰਾਪਰਟੀ ਦੀ ਵੈਲਿਊ ਪਾਈ ਜਾਂਦੀ ਹੈ। ਵੈਲਿਊ ਪਾ ਕੇ ਉਹਦੀ 80% ਜਿਹੜੀ ਅਮਾਊਂਟ ਹੈ ਐਜ਼ ਏ ਐਜੂਕੇਸ਼ਨ ਲੋਨ ਦੇ ਤੌਰ ਤੇ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਜੇ ਕਿਸੇ ਬੰਦੇ ਦੀ ਪ੍ਰਾਪਰਟੀ 20 ਲੱਖ ਰੁਪਏ ਦੀ ਹੈ, ਕੋਈ ਸ਼ਹਿਰੀ ਪ੍ਰਾਪਰਟੀ ਹੈ, ਮਿਊਨਿਸਪਲ ਕਮੇਟੀ ਦੇ ਅੰਡਰ ਆਉਂਦੀ ਹੈ, ਤਾਂ ਉਹ 20 ਲੱਖ ਦੀ ਜਿਹੜੀ ਵੈਲਿਊ ਪਾ ਕੇ ਉਹਦੇ 80% ਅਮਾਊਂਟ ਯਾਨੀ ਕਿ 18 ਲੱਖ ਰੁਪਏ ਤੱਕ ਦਾ ਐਜੂਕੇਸ਼ਨ ਲੋਨ ਬੈਂਕ ਕਰ ਸਕਦੀ ਹੈ। दूसरा लोन है जी नॉन कोलैटरल। नॉन कोलैटरल बेसिस ते की है ਵੱਧ ਤੋਂ ਵੱਧ ਕੀ ਹੈ 7.5 ਲੱਖ ਰੁਪਏ ਤੱਕ ਦੀ ਜਿਹੜੀ ਅਮਾਊਂਟ ਹੈ ਉਹ ਸੈਂਕਸ਼ਨ ਹੁੰਦੀ ਆ। ਹੁਣ ਇਸ ਦੇ ਵਿੱਚ ਡਾਕੂਮੈਂਟੇਸ਼ਨ ਕੀ ਹੁੰਦੀ ਹੈ ਜੀ, ਕੋਈ ਡਾਕੂਮੈਂਟੇਸ਼ਨ ਨਹੀਂ ਹੁੰਦੀ। ਸਭ ਤੋਂ ਪਹਿਲਾਂ ਕੀ ਹੈ ਸਟੂਡੈਂਟ ਦੇ ਪੇਰੈਂਟਸ ਦੀ ਹੈ ਉਹ ITR ਹੈ, ITR ਚੈੱਕ ਕੀਤੀ ਹੁੰਦੀ, ਘੱਟੋ ਘੱਟ 3 ਸਾਲ ਦੀ ITR ਹੋਵੇਗੀ। ਉਸ ਤੋਂ ਬਾਅਦ ਕੀ ਹੈ ਜੇ ਕੋਈ ਸਟੂਡੈਂਟ ਸੈਲਫ ਇੰਪਲੋਇਡ ਹੈ, ਕੋਈ ਨੌਕਰੀ ਕਰਦਾ ਹੈਗਾ ਪ੍ਰਾਈਵੇਟ, ਤਾਂ ਉਹਦਾ ਸੈਲਰੀ ਅਕਾਊਂਟ ਦੀ ਜਿਹੜੀ ਸਟੇਟਮੈਂਟ ਆ ਉਹ ਲਈ ਜਾਂਦੀ ਹੈ। ਜੇਕਰ ਨੌਕਰੀ ਨਹੀਂ ਵੀ ਕਰਦਾ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਇਸ ਦੇ ਵਿੱਚ ਕੀ ਹੈ ਜੀ, ਸਭ ਤੋਂ ਪਹਿਲਾਂ ਜੇ ਆਪਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ, ਚਾਹੇ ਕੋਲੈਟਰਲ ਲੈਣਾ ਚਾਹੇ ਨॉन ਕੋਲੈਟਰਲ ਬੇਸਿਸ ਤੇ ਲੋਨ ਲੈਣਾ, ਉਹ ਸਭ ਤੋਂ ਪਹਿਲਾਂ ਕੀ ਹੈ ਪਬਲਿਕ ਸੈਕਟਰ ਦੀ ਬੈਂਕ ਜਾਵੇ, ਕਿਉਂਕਿ ਪਬਲਿਕ ਸੈਕਟਰ ਦੀ ਜਿਹੜੀ ਬੈਂਕਸ ਹੁੰਦੀਆਂ ਇਹ ਸਮਾਜਵਾਦੀ ਸੋਚ ਟਾਈਪ ਬੈਂਕਸ ਹੁੰਦੀਆਂ, ਇੱਕ ਸੋਸ਼ਲਿਸਟਿਕ ਬੈਂਕਸ ਹੁੰਦੀਆਂ ਜਿਨ੍ਹਾਂ ਦੀ ਵਿਆਜ ਦਰ ਵੀ ਸਭ ਤੋਂ ਘੱਟ ਹੁੰਦੀ ਹੈ ਤੇ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹ ਵੀ ਥੋੜ੍ਹੀਆਂ ਜਿਹੀਆਂ ਰਿਲੈਕਸ ਹੁੰਦੀਆਂ ਇਨ ਦੀ ਕੰਪੈਰੀਜ਼ਨ ਆਫ ਪ੍ਰਾਈਵੇਟ ਸੈਕਟਰ ਬੈਂਕ। ਸੋ ਇਸੇ ਕਰਕੇ ਕੀ ਹੈ ਸਾਨੂੰ ਸਭ ਤੋਂ ਪਹਿਲਾਂ ਪਬਲਿਕ ਸੈਕਟਰ ਦੀ ਬੈਂਕ ਨੂੰ ਪ੍ਰੈਫਰ ਕਰਨਾ ਚਾਹੀਦਾ। ਹੁਣ ਕਿਹੜੀਆਂ ਬੈਂਕ ਨੂੰ ਪ੍ਰੈਫਰ ਕਰਨਾ ਚਾਹੀਦੀ ਹੈ, ਫੋਰ ਐਗਜ਼ਾਮਪਲ ਜਿਵੇਂ ਕੇਨਰਾ ਬੈਂਕ ਆ ਗਈ ਜੀ, ਯੂਨੀਅਨ ਬੈਂਕ ਆ ਗਈ, ਬੈਂਕ ਆਫ ਬੜੌਦਾ ਆ ਗਈ। ਇਸ ਤਰ੍ਹਾਂ ਦੀਆਂ ਜਿਹੜੀਆਂ ਬੈਂਕਾਂ ਆਈਆਂ ਇਹਨਾਂ ਦੇ ਵਿੱਚ ਬੈਂਕਾਂ ਦੇ ਵਿੱਚ ਅਪਰੋਚ ਕਰਨੀ ਚਾਹੀਦੀ ਹੈ, ਨਾ ਕਿ ਸਭ ਤੋਂ ਪਹਿਲਾਂ ਸਾਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਬੈਂਕਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਲੀਨੀਅੰਟ ਬੈਂਕਾਂ ਹੁੰਦੀਆਂ ਜੀ। ਹੁਣ ਜਿਵੇਂ ਗੱਲ ਕਰਦੇ ਹਾਂ ਜੀ, ਕਈ ਜਿਹੜੇ ਹੈਗੇ ਵਿਦਿਆਰਥੀ ਉਹ ਪਿੰਡਾਂ ਦੇ ਵਿੱਚ ਰਹਿੰਦੇ ਆ। ਹੁਣ ਉਹਨਾਂ ਨੂੰ ਇਹ ਹੁੰਦਾ ਵੀ ਉਹ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ, ਇਹਦਾ ਮਤਲਬ ਉਹਨਾਂ ਦੀ ਪ੍ਰਾਪਰਟੀ ਦੀ ਵੈਲਿਊ ਕੋਈ ਨਹੀਂ ਪੈਣੀ ਗੀ। ਦੇਖੋ ਜਦੋਂ ਆਪਾਂ ਕੋਈ ਵੀ ਬੈਂਕ ਦੇ ਵਿੱਚ ਲੋਨ ਲੈਣ ਜਾਂਦੇ ਹਾਂ ਤਾਂ ਬੈਂਕ ਕੋਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਹੁੰਦੀਆਂ ਹੈਗੀਆਂ। ਹੁਣ ਇਸ ਦੇ ਵਿੱਚ ਜੇ ਗੱਲ ਕੀਤੀ ਜਾਵੇ, ਕੋਈ ਵੀ ਪੇਂਡੂ ਵਿਦਿਆਰਥੀ ਵੀ 7.5 ਲੱਖ ਰੁਪਏ ਤੱਕ ਦਾ ਲੋਨ ਲੈ ਸਕਦਾ ਹੈਗਾ, ਜਿਹਦੇ ਵਿੱਚ ਕੀ ਹੈਗਾ ਉਹਨੂੰ ਕੋਈ ਵੀ ਪ੍ਰੋਪਰਟੀ ਪਲੱਜ ਨਹੀਂ ਕਰਾਉਣੀ ਪੈਂਦੀ, ਬਸ ਇੱਕ ਗਰੰਟੀ ਪੈਂਦੀ ਹੈ ਜੀ। ਗਰੰਟੀ ਇੱਕ ਨੌਨ ਬੰਦੇ ਦੀ ਪੈਂਦੀ ਆ। ਇਸ ਤਰ੍ਹਾਂ ਦੀ ਜਿਹੜੀ ਫਾਰਮੈਲਿਟੀਜ਼ ਆ ਉਹ ਕੰਪਲੀਟ ਕਰਨੀ ਹੁੰਦੀਆਂ ਨੇ। ਅਤੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਜੀ ਸਿਬਲ ਸਕੋਰ, ਕਿਉਂਕਿ ਮੈਂ ਕਈ ਫੀਲਡ ਦੇ ਵਿੱਚ ਵੇਖਿਆ ਕਈ ਕਸਟਮਰ ਦੀ ਠੀਕ ਹੈ ਜੀ ਉਹਨਾਂ ਕੋਲ ਪ੍ਰੋਪਰਟੀ ਵੀ ਹੁੰਦੀ ਹੈ, ਉਹਨਾਂ ਕੋਲ ਚੰਗੀ ਜੋਬ ਵੀ ਹੁੰਦੀ ਹੈ, ਕੋਈ ਸੈਲਰੀ ਵੀ ਆਉਂਦੀ ਹੁੰਦੀ ਹੈ ਪੇਰੈਂਟਸ ਕੋਲੇ, ਬਟ ਦਿੱਕਤ ਕੀ ਹੁੰਦੀ ਹੈ ਕਈ ਵਾਰ ਉਹਨਾਂ ਦਾ ਸਿਬਲ ਸਕੋਰ ਖਰਾਬ ਹੁੰਦਾ ਹੈ, ਕਿਉਂਕਿ ਉਹ ਡਿਫਾਲਟ ਹੀ ਹੋ ਜਾਂਦੇ ਆ ਕਈ ਵਾਰ ਕਿਸੇ ਲੋਨ ਨੂੰ ਪੇਮੈਂਟ ਕਰਨ ਵਾਸਤੇ, ਜਾਂ ਉਹਨਾਂ ਦੀ ਕੋਈ ਪੇਮੈਂਟ ਹੈ ਜਿਹੜੀ ਲੋਨ ਦੀ ਕਿਸ਼ਤ ਹੈ ਉਹ ਲੈਪਸ ਕਰ ਜਾਂਦੀ ਹੈ, ਕਈ ਵਾਰ ਦੇਣ ਕਲੀਓ ਰਹਿ ਜਾਂਦੀ ਹੈ ਕਿਸ਼ਤ। ਤਾਂ ਇਸੇ ਕਾਰਨ ਕਰਕੇ ਕੀ ਉਹਨਾਂ ਦਾ ਸਿਬਲ ਸਕੋਰ ਹੈ ਜਿਹੜਾ ਡਾਊਨ ਚਲਾ ਜਾਂਦਾ। ਤਾਂ ਇਸੇ ਕਰਕੇ ਕੀ ਹੈ ਜਿਹੜਾ ਸਿਬਲ ਸਕੋਰ ਹੈ ਉਹ ਸਹੀ ਹੋਣਾ ਜ਼ਰੂਰੀ ਹੈ। ਘੱਟੋ ਘੱਟ ਜਿਹੜਾ ਸਹੀ ਸਿਬਲ ਸਕੋਰ ਆ ਉਹ 700 ਤੋਂ ਲੈ ਕੇ 750 ਦੀ ਜਿਹੜੀ ਰੇਂਜ ਤੱਕ ਹੈ ਐਕਸੀਲੈਂਟ ਜਾਂ ਪਰਫੈਕਟ ਸਕੋਰਿੰਗ ਮੰਨੀ ਗਈ ਹੈਗੀ ਫਰੋਮ ਦੀ ਪਰਸਪੈਕਟਿਵ ਆਫ ਲੋਨ ਡਿਸਬਰਸਮੈਂਟ। ਹੁਣ ਜੀ ਇਹਦੇ ਵਿੱਚ ਕੀ ਹੈ, ਜਿਵੇਂ ਨॉन ਕੋਲੈਟਰਲ ਬੇਸਿਸ ਤੇ ਲੋਨ ਹੈ ਜਿਹੜਾ 7.5 ਲੱਖ ਰੁਪਏ ਤੱਕ ਦਾ ਲੋਨ ਹੈ, ਇਹ ਮੈਕਸਿਮਮ ਹਫਤੇ ਦੇ ਵਿੱਚ ਪਾਸ ਹੋ ਜਾਂਦਾ ਹੈਗਾ। ਤਾਂ
ਇਹ ਲੋਨ ਨੂੰ ਪ੍ਰਾਪਤ ਕਰਨ ਵਾਸਤੇ ਸਭ ਤੋਂ ਵਧੀਆ ਤੇ ਸੌਖਾ ਪ੍ਰੋਸੀਜਰ ਕੀ ਹੈ ਜੀ? ਤੁਸੀਂ ਸਭ ਤੋਂ ਪਹਿਲਾਂ ਕੀ ਕਰੋ, ਵਿਦਿਆ ਲక్ష్ਮੀ ਪੋਰਟਲ ਤੇ ਅਪਲਾਈ ਕਰ ਦਿਓ। ਉੱਥੇ ਪੋਰਟਲ ਤੇ ਆਪਦੀ ਰਜਿਸਟ੍ਰੇਸ਼ਨ ਕਰਕੇ ਇੱਕ ਯੂਨੀਕ ਆਈਡੀ ਤੇ ਪਾਸਵਰਡ ਮਿਲ ਜਾਂਦਾ। ਉਹ ਆਈਡੀ ਤੇ ਪਾਸਵਰਡ ਪੁੱਟ ਕਰਨ ਤੋਂ ਬਾਅਦ ਕੀ ਹੈ, ਤੁਸੀਂ ਕੋਈ ਵੀ ਨੀਅਰ ਪੇ ਬੈਂਕਿੰਗ ਆ ਉਹਨੂੰ ਮੈਕਸਿਮਮ 3 ਬੈਂਕਸ ਹੈ, 5 ਬੈਂਕਸ ਹੈ, 5 ਬੈਂਕਾਂ ਤੁਸੀਂ ਚੂਜ਼ ਕਰ ਸਕਦੇ ਹੋ। ਤੁਸੀਂ ਕੀ ਆ, ਉਹ ਬੈਂਕਾਂ ਦਾ ਐਡਰੈਸ ਪਾ ਕੇ ਕੀ ਆ, ਉਹ ਐਪਲੀਕੇਸ਼ਨ ਕੀ ਹੈ ਇੱਕ ਬੈਂਕ ਕੋਲੇ ਚਲੀ ਜਾਊਗੀ। ਫਿਰ ਤੁਸੀਂ ਉਸ ਬੈਂਕ ਕੋਲੇ ਜਾਣਾਗਾ, ਬੈਂਕ ਕੋਲੇ ਜਾ ਕੇ ਉਹਨਾਂ ਨੂੰ ਦੱਸਣਾ ਜੀ ਮੈਂ ਵਿਦਿਆ ਲక్ష్ਮੀ ਪੋਰਟਲ ਥਰੂ ਕੀ ਹੈ ਐਜੂਕੇਸ਼ਨ ਲੋਨ ਅਪਲਾਈ ਕੀਤਾਗਾ, ਤੇ ਪਲੀਜ਼ ਤੁਸੀਂ ਇਹਦੇ ਤੇ ਕੀ ਹੈ ਜੋ ਵੀ ਅਪਰੋਪਰੀਏਟ ਐਕਸ਼ਨਸ ਆ ਉਹ ਪਲੀਜ਼ ਜ਼ਰੂਰ ਲਓ ਤੇ ਮੈਨੂੰ ਪ੍ਰੋਮਪਟ ਰਿਸਪੌਂਸ ਤੋਂ ਜਲਦੀ ਇਸ ਐਪਲੀਕੇਸ਼ਨ ਦਾ ਮੈਨੂੰ ਹੱਲ ਕਰਕੇ ਦਿਓ। ਤਾਂ ਇਸ ਤਰੀਕੇ ਨਾਲ ਕੀ ਹੈ ਇਹ ਸਿਸਟਮ ਸਭ ਤੋਂ ਵਧੀਆ। ਬਟ ਇੱਕ ਉਦੋਂ ਵੀ ਵਧੀਆ ਸਿਸਟਮ ਕੀ ਹੈ ਜੀ, ਤੁਸੀਂ ਕੀ ਕਰੋ, ਤੁਸੀਂ ਸਿਰਫ ਬੈਂਕ ਕੋਲੇ ਜਾਓ, ਹਾਲਾਂਕਿ ਅਪਲਾਈ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਹਾਡੇ ਸਮੇਂ ਦੀ ਵੇਸਟੇਜ ਹੋਵੇ। ਤੁਸੀਂ ਅਪਲਾਈ ਕਰੋ, ਅਪਲਾਈ ਕਰਨ ਤੋਂ ਬਾਅਦ ਬੈਂਕ ਤੁਹਾਨੂੰ ਜਵਾਬ ਨਹੀਂ ਦਿੰਦੀਆਂ, ਇਨ ਕੇਸ ਕੋਈ ਬੈਂਕ ਨਹੀਂ ਜਵਾਬ ਦਿੰਦੀ, ਫਿਰ ਤੁਸੀਂ ਇੱਕ ਵੱਖਰੀ ਆਈਡੀ ਬਣਾ ਕੇ ਇੱਕ ਕੀ ਹੈ ਦੁਬਾਰਾ ਵਿਦਿਆ ਲక్ష్ਮੀ ਪੋਰਟਲ ਤੇ ਅਪਲਾਈ ਕਰੋ। ਮੈਂ ਨਹੀਂ ਚਾਹੁੰਦਾ ਤੁਸੀਂ ਇੱਦਾਂ ਕਰੋ। ਤੁਸੀਂ ਕੀ ਕਰੋ, ਸਭ ਤੋਂ ਪਹਿਲਾਂ ਕੋਈ 4 ਤੋਂ ਬੈਂਕਾਂ ਚੂਜ਼ ਕਰ ਲਓ। 4 ਤੋਂ ਬੈਂਕਾਂ ਚੂਜ਼ ਕਰਨ ਤੋਂ ਬਾਅਦ ਕੀ ਹੈ ਕਿਸੇ ਬੈਂਕ 'ਚੋਂ ਜਾਓ। ਕਈ ਵਾਰ ਕੀ ਹੈ ਪਹਿਲੀ ਵਾਰੀ 'ਚ ਹੀ ਜੈਕਪੋਟ ਲੱਗ ਜਾਂਦਾ ਜੀ ਬੰਦੇ ਦਾ, ਪਹਿਲੀ ਬੈਂਕ ਦੇ ਵਿੱਚ ਹੀ ਕੰਮ ਹੋ ਜਾਂਦਾ ਹੈਗਾ, ਕਿਉਂਕਿ ਇਹ ਬੈਂਕਿੰਗ ਦਾ ਸਿਸਟਮ ਹੈ ਜਿਹੜਾ ਬੈਂਕ ਟੂ ਬੈਂਕ ਵੇਰੀ ਕਰਦਾ। ਬਟ ਜੇ ਤੁਸੀਂ ਕਾਫੀ ਜ਼ਿਆਦਾ ਬੈਂਕਿੰਗ ਰਿਲੇਟਡ ਇਨਫੋਰਮੇਸ਼ਨ ਰੱਖਦੇ ਹੋ ਲੋਨ ਦੇ ਲਈ ਤਾਂ ਕੀ ਹੈ ਤੁਸੀਂ ਈਜ਼ੀਲੀ ਲੋਨ ਲੈ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਕੀ ਹੈ ਜੀ, ਤੁਸੀਂ ਸਭ ਤੋਂ ਪਹਿਲਾਂ ਜਿਵੇਂ ਮੈਂ ਕਹਿ ਰਿਹਾ ਸੀਗਾ, ਤੁਸੀਂ ਪਹਿਲਾਂ ਕੀ ਹੈ ਕਿਸੇ ਵੀ ਬੈਂਕ ਦੇ ਵਿੱਚ ਜਾਓ ਪਬਲਿਕ ਸੈਕਟਰ ਦੀ, ਉੱਥੇ ਜਾ ਕੇ ਬੈਂਕ ਦੇ ਮੈਨੇਜਰ ਨਾਲ ਗੱਲ ਕਰੋ ਵੀ ਜੇ ਤਾਂ ਤੁਹਾਡੀ ਰਿਕੁਆਇਰਮੈਂਟ 7.5 ਲੱਖ ਰੁਪਏ ਤੱਕ ਹੈਗੀ ਹੈ ਤਾਂ ਤੁਸੀਂ ਕਹੋ ਜੀ ਮੈਂ ਤਾਂ 7.5 ਲੱਖ ਦੀ ਅਮਾਊਂਟ ਤੱਕ ਦਾ ਲੋਨ ਲੈਣਾ ਹੈਗਾ। ਤੇ ਉਸ ਦੇ ਵਿੱਚ ਕੀ ਹੈ ਫਿਰ ਤੁਸੀਂ ਉਹਨਾਂ ਨੂੰ ਇਹ ਵੀ ਦੱਸ ਦਿਓ ਵੀ ਜੀ ਕੋਈ ਗੱਲ ਨਹੀਂ ਮੈਂ ਵਿਦਿਆ ਲక్ష్ਮੀ ਪੋਰਟਲ ਤੇ ਜਿਹੜਾ ਅਪਲਾਈ ਕੀਤਾ ਹੋਇਆ, ਕਿਉਂਕਿ ਉਹਨਾਂ ਨੇ ਕਹਿ ਦੇਣਾ ਆਈਡੀ ਤੇ ਪਾਸਵਰਡ ਤੁਸੀਂ ਕਹਿ ਦੇਣਾ ਜੀ ਬਾਅਦ ਦੇ ਵਿੱਚ ਦੇ ਦਿਓ, ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ, ਉਹ ਬਾਅਦ ਦੇ ਵਿੱਚ ਵੀ ਹੋ ਜਾਂਦਾ ਹੈਗਾ। ਤਾਂ ਇਸ ਤਰੀਕੇ ਨਾਲ ਕੀ ਹੈ ਜੀ ਤੁਸੀਂ ਉੱਥੇ ਜਾ ਕੇ ਕੀ ਆ ਐਪਲੀਕੇਸ਼ਨ ਦੇ ਸਕਦੇ ਹੋਗੇ। ਤਾਂ ਉੱਥੇ ਕੀ ਹੈ ਤੁਹਾਡੇ ਤੋਂ ਸਭ ਤੋਂ ਪਹਿਲਾਂ ਆਧਾਰ ਕਾਰਡ ਤੇ ਪੈਨ ਕਾਰਡ ਦੀ ਡਿਮਾਂਡ ਕੀਤੀ ਜਾਊਗੀ। ਤੁਸੀਂ ਆਧਾਰ ਕਾਰਡ ਤੇ ਪੈਨ ਕਾਰਡ ਉਹਨਾਂ ਨੂੰ ਰੀਪ੍ਰੈਜ਼ੈਂਟ ਕਰ ਦਿਓ, ਉਹ ਤੁਹਾਡਾ ਸਿਬਲ ਚੈੱਕ ਕਰਨਗੇ। ਜਦੋਂ ਤੁਹਾਡਾ ਸਿਬਲ ਓਕੇ ਹੋਇਆ, ਜਿਵੇਂ 700 ਤੋਂ ਲੈ ਕੇ 750 ਦੀ ਰੇਂਜ ਦੇ ਵਿੱਚ ਹੋਇਆ, ਦੈਨ ਉਹ ਓਕੇ ਕਰ ਦੇਣਗੇ। ਫਿਰ ਉਸ ਤੋਂ ਬਾਅਦ ਦੀ ਜਿਹੜੀ ਫਾਰਮੈਲਿਟੀਜ਼ ਆ ਉਹ ਕੰਪਲੀਟ ਕਰ ਦੇਵਾਂਗੇ। ਹੁਣ ਇਹਦੇ ਵਿੱਚ ਵੇਖਿਆ ਜਾਵੇ ਤਾਂ ਰੀਪੇਮੈਂਟ ਸਿਸਟਮ ਕਿਵੇਂ ਹੈ ਜੀ? ਰੀਪੇਮੈਂਟ ਸਿਸਟਮ ਬੜਾ ਹੀ ਫਲੈਕਸੀਬਲ ਆ ਗਿਆ ਹੈਗਾ, ਕਿਉਂਕਿ ਰੀਪੇਮੈਂਟ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਕੀ ਹੈ ਜੀ ਤੁਹਾਨੂੰ 3 ਸਾਲ ਬੈਂਕ ਦਿੰਦੀ ਹੈਗੀ, 2 ਸਾਲ ਤੁਹਾਡੇ ਸਟੱਡੀ ਦੇ ਪੀਰੀਅਡ ਹੁੰਦੇ, 1 ਸਾਲ ਤੁਹਾਨੂੰ ਨੌਕਰੀ ਲੱਭਣ ਵਾਸਤੇ ਦਿੱਤਾ ਜਾਂਦਾ। ਕੁੱਲ ਮਿਲਾ ਕੇ ਜਿਹੜਾ 3 ਸਾਲ ਦਾ ਪੀਰੀਅਡ ਹੁੰਦਾ ਹੈਗਾ, ਜਿਹਨੂੰ ਕਿ ਆਪਾਂ ਇੱਕ ਹੌਸਪਿਟੈਲਿਟੀ ਪੀਰੀਅਡ ਕਹਿ ਦਿੰਦੇ ਆ ਜੀ, ਜਾਂ ਮੋਰੀਟੋਰੀਅਮ ਪੀਰੀਅਡ ਕਹਿ ਦਿੰਦੇ ਹੈਗੇ, ਕਿਉਂਕਿ ਇਹਨਾਂ 3 ਸਾਲਾਂ ਦੇ ਵਿੱਚ ਤੁਸੀਂ ਕੁਝ ਨਹੀਂ ਦੇਣਾ ਹੈਗਾ। ਉਸ ਤੋਂ ਬਾਅਦ ਕੀ 4ਥੇ ਸਾਲ ਤੋਂ ਬਾਅਦ ਤੁਹਾਡੀ EMI ਹੈ, ਜਿਹੜੀ EMI ਸਟਾਰਟ ਹੋ ਜਾਂਦੀ ਹੈ। ਤੇ ਉਹ ਕੀ ਆ ਘੱਟੋ ਘੱਟ ਇਹ ਲੋਨ ਜਿਹੜੇ ਹੁੰਦੇ ਆ 15 ਸਾਲੇ ਲੋਨ ਹੁੰਦੇ ਹੈਗੇ। ਤਾਂ ਇਸ ਦੇ ਵਿੱਚ ਜਿਹੜਾ ਰੇਟ ਆਫ ਇੰਟਰਸਟ ਦੀ ਗੱਲ ਕੀਤੀ ਜਾਵੇ, ਮੈਕਸਿਮਮ 8 ਤੋਂ 9% ਜਾਂ 10% ਰਹਿੰਦਾ ਹੈਗਾ, ਕਿਉਂਕਿ ਜਿਹੜੀਆਂ ਪਬਲਿਕ ਸੈਕਟਰ ਦੀ ਬੈਂਕਸ ਆ ਉਹਨਾਂ ਦਾ ਰੇਟ ਆਫ ਇੰਟਰਸਟ 8% ਰਹਿੰਦਾ ਹੈਗਾ, ਤੇ ਜਿਹੜੀਆਂ ਪ੍ਰਾਈਵੇਟ ਸੈਕਟਰ ਦੀ ਬੈਂਕ ਆ ਉਹ 10 ਤੋਂ 11% ਜਾਂਦਾ ਰਹਿੰਦਾ ਹੈਗਾ। ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਦੀਆਂ ਟਰਮਸ ਤੇ ਕੰਡੀਸ਼ਨਸ ਹੁੰਦੀਆਂ ਹੈਗੀਆਂ। ਬਾਕੀ ਇਹਦੇ ਵਿੱਚ ਇੰਸ਼ੋਰੈਂਸ ਹੈ ਜੀ, ਇੰਸ਼ੋਰੈਂਸ ਜ਼ਰੂਰ ਹੁੰਦਾ ਹੈ। ਇੰਸ਼ੋਰੈਂਸ ਦੀ ਅਮਾਊਂਟ ਅਰਾਊਂਡ 10 ਤੋਂ 12,000 ਅਮਾਊਂਟ ਹੁੰਦੀ ਹੈਗੀ ਪਬਲਿਕ ਸੈਕਟਰ ਦੀ ਬੈਂਕ ਦੀ। ਕੋਈ ਪ੍ਰਾਈਵੇਟ ਆ ਉਹ ਅਗਲਾ ਵੱਧ ਚਾਰਜਸ ਕਈ ਵਾਰ ਕਰ ਲੈਂਦੇ, ਬਟ ਸਰਕਾਰੀ ਬੈਂਕਾਂ ਦਾ ਜਿਹੜਾ ਚਾਰਜਸ ਹੈ ਉਹ ਨੋਮੀਨਲ ਜਿਹੇ ਹੁੰਦੇ ਆ ਇਨ ਦੀ ਕੰਪੈਰੀਜ਼ਨ ਆਫ ਪ੍ਰਾਈਵੇਟ ਸੈਕਟਰ ਬੈਂਕ। ਹੁਣ ਇਹਦੇ ਵਿੱਚ ਕੀ ਹੈ ਜੀ, ਕਿਉਂਕਿ ਜਿਹੜਾ ਹੈਗਾ ਬੜਾ ਹੀ 3 ਸਾਲ ਦਾ ਪੀਰੀਅਡ ਬਹੁਤ ਜ਼ਿਆਦਾ ਹੁੰਦਾ ਹੈਗਾ ਜਿਹੜੇ ਬੰਦੇ ਨੇ ਅਬਰੋਡ ਦਾ ਐਜੂਕੇਸ਼ਨ ਲੋਨ ਲੈਣਾ ਹੈਗਾ, ਅਬਰੋਡ ਸਟੱਡੀ ਲਈ। ਤਾਂ ਇਸ ਤਰ੍ਹਾਂ ਦਾ ਕੀ ਹੈ 7.5 ਲੱਖ ਰੁਪਏ ਤੱਕ ਦਾ ਲੋਨ ਹੋ ਜਾਂਦਾ। ਕੋਈ ਮੈਟਰ ਨਹੀਂ ਕਰਦਾ ਸਟੂਡੈਂਟ ਭਾਵੇਂ ਪੇਂਡੂ ਰਕਬੇ ਦੇ ਵਿੱਚੋਂ ਬਿਲੋਂਗ ਕਰਦਾ ਹੈਗਾ ਜਾਂ ਕੋਈ ਸ਼ਹਿਰੀ ਏਰੀਏ ਤੋਂ ਬਿਲੋਂਗ ਕਰਦਾ, ਇਹ ਕੋਈ ਚੀਜ਼ ਨਹੀਂ ਮੈਟਰ ਕਰਦੀ 7.5 ਲੱਖ ਰੁਪਏ ਦੇ ਲੋਨ ਅਮਾਊਂਟ ਵਾਸਤੇ। ਬਟ ਜੇ ਇਨ ਕੇਸ ਆਪਾਂ ਕੋਈ ਪ੍ਰੋਪਰਟੀ ਪਲੱਜ ਕਰਾਉਣੀ ਆ, ਉਸ ਦੇ ਕੇਸ ਦੇ ਵਿੱਚ ਮੈਟਰ ਕਰਦਾ ਹੈਗਾ ਇਹ ਵੀ ਤੁਸੀਂ ਪਿੰਡ ਦੇ ਵਿੱਚ ਰਹਿ ਰਹੇ ਹੋ ਜਾਂ ਸ਼ਹਿਰ ਦੇ ਵਿੱਚ ਰਹਿ ਰਹੇ ਹੋ। ਬਟ ਜਿਵੇਂ ਮੈਂ ਇੱਕ ਛੋਟੀ ਜਿਹੀ ਹੋਰ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹਾਂਗਾ ਵੀ ਕਈ ਬੈਂਕ ਕੀ ਹੈ, ਕਈ ਬੈਂਕ ਦੀ ਟਰਮ ਤੇ ਕੰਡੀਸ਼ਨ ਇਹ ਹੁੰਦੀ ਹੈ ਜੀ ਵੀ ਜੇ ਕਿਸੇ ਬੰਦੇ ਕੋਲੇ ਫਾਰਮਰ ਹੈ, ਫਾਰਮਰ ਕੋਲੇ ਐਗਰੀਕਲਚਰ ਲੈਂਡ ਹੈ, ਉਹ ਐਗਰੀਕਲਚਰ ਲੈਂਡ ਨੂੰ ਵੀ ਇੱਕ ਪਲੱਜ ਕਰਾ ਕੇ ਕੀ ਹੈ ਲੋਨ ਲੈ ਸਕਦਾ ਹੈ। ਕਿਉਂਕਿ ਪਿੰਡਾਂ ਦੇ ਵਿੱਚ ਕਾਮਨ ਜੀ ਟ੍ਰੈਂਡ ਵੇਖਿਆ ਜੀ, ਕੋਈ ਵੀ ਅਗਲਾ ਜ਼ਿਮੀਂਦਾਰ ਆਪਦੇ ਧੀ ਪੁੱਤ ਨੂੰ ਬਾਹਰ ਭੇਜਦਾ ਹੈਗਾ, ਉਹ ਕੀ ਕਰਦਾ ਜੀ ਜ਼ਮੀਨ ਗਹਿਣੇ ਕਰ ਦਿੰਦਾ ਹੈ। ਜੇ ਫਰਜ਼ ਕਰੋ 3 ਕਿੱਲੇ ਪੈਲੀ ਹੈ ਤਾਂ 3 ਕਿੱਲੇ ਪੈਲੀ ਗਹਿਣੇ ਕਰ ਦਿੰਦਾ ਹੈ। ਅੱਛਾ, ਗਹਿਣੇ ਦਾ ਰੇਟ ਕੀ ਚੱਲਦਾ ਹੁੰਦਾ ਜੀ 3 ਲੱਖ ਤੋਂ 4 ਲੱਖ ਕਿੱਲਾ। ਹੁਣ 3 ਲੱਖ ਤੋਂ ਦੇ 4 ਲੱਖ ਦੀ ਗੱਲ ਕੀਤੀ ਜਾਵੇ ਤਾਂ 3 ਕਿੱਲੇ ਹੋਏ ਜੀ, ਆਪਾਂ 3
3 ਲੱਖ ਪਰ ਕਿੱਲੇ ਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਤਾਂ 3 ਕਿੱਲੇ ਕੀ ਆ 9 ਲੱਖ ਰੁਪਏ 'ਚ ਗਹਿਣੇ ਕਰ ਦਿੰਦਾ। ਅੱਛਾ, ਗਹਿਣੇ ਕਰਨ ਤੋਂ ਬਾਅਦ ਬੰਦੇ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਫਿਰ ਵੀ ਨਹੀਂ ਪੂਰੀ ਹੁੰਦੀ, ਕਿਉਂਕਿ ਰਾਊਂਡ ਹੈ ਜਿਹੜੀ ਕੋਸਟ ਹੈ 19 ਤੋਂ 20 ਲੱਖ ਰੁਪਈਆ ਆ ਜਾਂਦੀ ਹੈ। ਬੰਦੇ ਦਾ ਫਿਰ ਵੀ ਉਹੀ 11 ਲੱਖ ਰੁਪਏ ਦੀ ਕਮੀ ਪੈ ਗਈ। ਹੁਣ ਮੈਂ ਕਹਿੰਦਾ ਵੀ ਤੁਸੀਂ ਗਹਿਣੇ ਤਾਂ ਕਰਨੀ ਹੈ, ਸਗੋਂ ਇੱਕ ਆਮ ਆਪਦੇ ਜਿਹੜੇ ਸੁਸਾਇਟੀ ਦੇ ਕਿਸੇ ਮੈਂਬਰ ਨੂੰ ਗਹਿਣੇ ਕਰਨ ਦੀ ਬਜਾਏ ਤੁਸੀਂ ਬੈਂਕ ਨੂੰ ਗਹਿਣੇ ਕਰ ਦਿਓ, ਕਿਉਂਕਿ ਬੈਂਕ ਨੇ ਉਹਦੇ ਪੈਸੇ ਵੀ ਦੇਣੇ, ਨਾਲੇ ਤਾਂ ਤੁਸੀਂ ਆਪਦੀ ਜ਼ਮੀਨ ਗਹਿਣੇ ਕਰ ਗਏ ਤਾਂ ਉਹ ਤੋਂ ਤੁਸੀਂ ਕੀ ਆਪਦਾ ਰੋਟੀ ਕਮਾਉਂਦੇ ਵੀ ਰਹਿ ਜਾਓਗੇ। ਕਿਉਂਕਿ ਬੈਂਕ ਨੇ ਜਿਹੜੇ ਹੈਗੀ ਇੱਕ ਲੀਨ ਮਾਰਕ ਹੀ ਕਰਨਾ ਹੁੰਦਾ ਗਾ ਤੁਹਾਡੀ ਪ੍ਰਾਪਰਟੀ ਤੇ ਵੀ ਇਹ ਜਿਹੜੀ ਪ੍ਰਾਪਰਟੀ ਹੈ ਜੀ ਸਾਡੇ ਕੋਲੇ ਇਸ ਐਜੂਕੇਸ਼ਨ ਲੋਨ ਬਦਲੇ ਗਹਿਣੇ ਆ, ਤੇ ਤੁਸੀਂ ਗਹਿਣੇ ਕਰਨ ਦੇ ਬਾਵਜੂਦ ਵੀ ਕੀ ਹੈ ਤੁਸੀਂ ਆਪਦੀ ਜਿਹੜੀ ਖੇਤੀਯੋਗ ਜ਼ਮੀਨ ਤੋਂ ਆ ਆਪਦੀ ਉਪਜੀਵਿਕਾ ਕਮਾ ਸਕਦੇ ਹੋ, ਤੁਸੀਂ ਆਪਦਾ ਰੋਜ਼ੀ ਰੋਟੀ ਜਿਹੜੀ ਚਲਾ ਸਕਦੇ ਹੋ। ਤਾਂ ਇਹ ਸਭ ਤੋਂ ਵਧੀਆ ਬੈਨੀਫਿਟ ਹੈ ਜੀ ਆਪਦੀ ਜਿਹੜੀ ਜ਼ਮੀਨ ਨੂੰ ਆ ਉਹ ਬੈਂਕ ਨੂੰ ਪਲੱਜ ਕਰਨ ਦਾ ਫਾਇਦਾ ਹੈਗਾ। ਇਸ ਤਰ੍ਹਾਂ ਦਾ ਸਿਸਟਮ ਹੁੰਦਾ ਜੀ। ਤਾਂ ਕਰਕੇ ਕੀ ਹੈਗਾ ਐਜੂਕੇਸ਼ਨ ਲੋਨ ਲੈਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜੇ ਮੈਂ ਗੱਲ ਕਰਾਂਗਾ, ਕਿਉਂਕਿ ਦੇਖੋ ਹਾਂ ਤੁਹਾਨੂੰ ਸ਼ੁਰੂ ਦੇ ਵਿੱਚ ਹਰਾਸਮੈਂਟ ਜ਼ਰੂਰ ਹੋਵੇਗੀ, ਬਟ ਇਹ ਨਹੀਂ ਤੁਸੀਂ ਜਿਹੜੀ ਲਾਈਨ ਫੜ ਲਈ ਤੁਸੀਂ ਉਹ ਐਂਡ ਤੱਕ ਨਹੀਂ ਪਹੁੰਚੋਗੇ, ਤੁਸੀਂ ਆਪਦੇ ਡੈਸਟੀਨੇਸ਼ਨ ਤੱਕ ਜ਼ਰੂਰ ਪਹੁੰਚ ਜਾਓਗੇ, ਲੋਨ ਲੈਣ ਦੇ ਵਿੱਚ ਸਫਲ ਜ਼ਰੂਰ ਹੋਵੋਗੇ, ਬਟ ਤੁਸੀਂ ਕੀ ਕੰਸਿਸਟੈਂਟਲੀ ਵਰਕ ਕਰਦੇ ਰਹਿਣਾ ਜੀ। ਬਾਕੀ ਇਸ ਰਿਗਾਰਡਿੰਗ ਜੇ ਕਿਸੇ ਬੰਦੇ ਨੂੰ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਕੋਈ ਗੱਲ ਨਹੀਂ, ਤੁਸੀਂ ਮੈਨੂੰ ਵਿਦਆਊਟ ਐਨੀ ਹੈਜ਼ੀਟੇਸ਼ਨ ਬਿਨਾਂ ਕਿਸੇ ਝਿਜਕ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਮੈਂ ਆਪਣਾ ਫੋਨ ਨੰਬਰ ਹੈ ਜੋ ਡਿਸਕ੍ਰਿਪਸ਼ਨ ਦੇ ਵਿੱਚ ਕੀ ਹੈ ਮੈਂਸ਼ਨ ਕਰ ਦੇਵਾਂਗਾ। ਬਾਕੀ ਕੀ ਹੈ ਜੀ, ਮੈਂ ਜੇਕਰ ਮੇਰੇ ਜਿਵੇਂ ਮੈਂ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਗਾ, ਜੇਕਰ ਨੇੜੇ ਕਿਸੇ ਵੀ ਮੇਰੇ ਵੀਰ ਭੈਣ ਨੂੰ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੋਵੇ ਐਜੂਕੇਸ਼ਨ ਲੋਨ ਦੇ ਰਿਗਾਰਡਿੰਗ, ਤਾਂ ਕੀ ਹੈ ਮੈਨੂੰ ਬੇਫਿਕਰ ਹੋ ਕੇ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਮੈਂ ਸਗੋਂ ਐਕਸਪੈਕਟ ਕਰਦਾ ਕਿ ਮੈਂ ਕਿਸੇ ਦੀ ਹੈਲਪ ਕਰ ਸਕਾਂ, ਤੇ ਇਸੇ ਕਰਕੇ ਕੀ ਹੈਗਾ ਮੈਂ ਇਸ ਚੀਜ਼ ਲਈ ਬੜਾ ਅਗਰੈਸਿਵ ਰਹਿਣਾ ਗਾ। ਸੋ ਉਮੀਦ ਕਰਦਾ ਕਿ ਮੈਨੂੰ ਮੇਰੇ ਦੁਆਰਾ ਅੱਜ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਵੇਗੀ, ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਜ਼ਿਆਦਾ ਚੰਗੀ ਲੱਗੀ ਹੋਵੇਗੀ। ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਬਹੁਤ ਵਧੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਮਾਈ ਵੀਡੀਓ, ਬਿਕੋਜ਼ this information is very important for more and more persons, because this by getting this information they can succeed in gaining a education loan. So एक बारी फिर रिक्वेस्ट करदा जी, प्लीज़ सब्सक्राइब माई चैनल एंड शेयर माई वीडियो। थैंक यू।